ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਭਾਰਤ ਦਾ ਵੱਡਾ ਨਸ਼ਾ ਤਸਕਰ ਰਣਜੀਤ ਰਾਣਾ ਉਰਫ ਚੀਤਾ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਅੰਮ੍ਰਿਤਸਰ ਪੁਲਿਸ NIA ਅਤੇ ਹਰਿਆਣਾ ਪੁਲਿਸ ਦੀ ਜੁਆਇੰਟ ਟੀਮ ਦੇ ਵੱਲੋਂ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ, ਜੋ ਅਟਾਰੀ ਦੇ ਰਾਹੀਂ 2019 ਦੇ ਵਿੱਚ 532 ਕਿਲੋ ਹੈਰੋਇਨ ਜਿਹੜੀ ਵੱਡੀ ਖੇਪ, ਅੱਜ ਤੱਕ ਦੀ ਸਭ ਤੋਂ ਵੱਡੀ ਖੇਪ 532 ਕਿਲੋ ਹੈਰੋਇਨ ਦੇ ਮਾਮਲੇ ਦੇ ਵਿੱਚ ਮੋਸਟ ਵਾਂਟਡ ਸੀਗਾ। ਪੰਜਾਬ ਦੇ DGP ਦੇ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ। ਪੰਜਾਬ ਦੇ DGP ਦਿਨਕਰ ਗੁਪਤਾ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦਰਅਸਲ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਿੱਚ ਜਿਹੜੇ ਹਿਜਬੁਲ ਦੇ ਚਾਲਕਾਂ ਦੀ ਗ੍ਰਿਫਤਾਰੀ ਹੋਈ ਹੈ, ਉਸ ਤੋਂ ਬਾਅਦ ਰਣਜੀਤ ਰਾਣਾ ਉਰਫ ਚੀਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿਰਸਾ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੰਜਾਬ ਦਾ ਬੜਾ ਨਸ਼ਾ ਤਸਕਰ ਰਣਜੀਤ ਰਾਣਾ ਉਰਫ ਚੀਤਾ ਅਤੇ ਉਸਦੇ ਭਰਾ ਗਗਨ ਦੀ ਵੀ ਗ੍ਰਿਫਤਾਰੀ ਹੋਈ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਹਿਜ਼ਬੁਲ ਮੁਜਾਹਿਦੀਨ ਦੇ ਸੰਪਰਕ ਦੇ ਵਿੱਚ ਸੀ ਚੀਤਾ ਅਤੇ ਟੈਰਰ ਫੰਡਿੰਗ ਦੇ ਵਿੱਚ ਵੀ ਇਸ ਦਾ ਹੱਥ ਸੀਗਾ। ਅਤੇ ਵੱਡੀ ਗੱਲ ਇਹ ਹੈ ਕਿ ਲਗਾਤਾਰ ਪੁਲਿਸ ਇਸ ਦੀ ਭਾਲ ਦੇ ਵਿੱਚ ਸੀ ਅਤੇ ਇਹ ਆਪਣੇ ਪਿਤਾ ਅਤੇ ਪਰਿਵਾਰ ਸਮੇਤ ਸਿਰਸਾ 'ਚ ਸ਼ਰਨ ਲੈ ਕੇ ਰਹਿ ਰਿਹਾ ਸੀ ਅਤੇ 2019 ਤੋਂ ਬਾਅਦ ਲਗਾਤਾਰ ਇਸ ਦੀ ਭਾਲ ਕੀਤੀ ਜਾ ਰਹੀ ਸੀ। 2019 ਦੇ ਵਿੱਚ ਹੀ ਜੂਨ 2019 ਦੇ ਵਿੱਚ ਹੀ ਅਟਾਰੀ ਤੋਂ 532 ਕਿਲੋ ਹੈਰੋਇਨ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਲਗਾਤਾਰ ਪੁਲਿਸ ਚੀਤਾ ਦਾ ਪਿੱਛਾ ਕਰ ਰਹੀ ਸੀ ਅਤੇ ਲਗਾਤਾਰ ਇਹ ਜਿਹੜਾ ਪੁਲਿਸ ਤੋਂ ਬਚਦਾ ਰਹਿ ਰਿਹਾ ਸੀ ਅਤੇ ਹੁਣ ਸਿਰਸਾ ਦੇ ਵਿੱਚ ਸ਼ਰਨ ਲੈ ਕੇ ਰਣਜੀਤ ਸਿੰਘ ਰਹਿ ਰਿਹਾ ਸੀ। ਪਿਛਲੇ 8 ਮਹੀਨਿਆਂ ਤੋਂ ਬੇਗੂ ਰੋਡ ਹੈ ਸਿਰਸਾ ਦੀ, ਜਿੱਥੇ ਘਰ ਦੇ ਵਿੱਚ ਛੁਪਿਆ ਹੋਇਆ ਸੀ, ਜਿੱਥੇ ਪੰਜਾਬ ਪੁਲਿਸ ਅਤੇ NIA ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਸਾਂਝਾ ਆਪਰੇਸ਼ਨ ਕੀਤਾ। ਦਰਅਸਲ ਅੰਮ੍ਰਿਤਸਰ ਪੁਲਿਸ ਨੇ ਚਿੱਟਾ ਤਸਕਰੀ ਦੇ ਵਿੱਚ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਸੀ, ਮਨਿੰਦਰ ਅਤੇ ਵਿਕਰਮ, ਜਿਸ ਤੋਂ ਬਾਅਦ ਉਹਨਾਂ ਦੀ ਨਿਸ਼ਾਨਦੇਹੀ ਤੇ ਹੀ ਫਿਰ ਰਣਜੀਤ ਸਿੰਘ ਉਰਫ ਚੀਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ 532 ਕਿਲੋ ਹੈਰੋਇਨ ਮਾਮਲੇ ਦੇ ਵਿੱਚ ਸ਼੍ਰੀਨਗਰ ਪੈਸੇ ਭੇਜੇ ਸਨ ਦੋਵਾਂ ਨੇ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁੱਛਤਾਛ ਤੋਂ ਬਾਅਦ ਰਣਜੀਤ ਉਰਫ ਚੀਤਾ ਦੇ ਸੰਪਰਕ ਦਾ ਖੁਲਾਸਾ ਹੋਇਆ ਸੀ। ਸਿਰਸਾ ਦੇ SSP ਅਰੁਣ ਨਹਿਰਾ ਨੇ ਮੋਸਟ ਵਾਂਟਡ ਰਣਜੀਤ ਅਤੇ ਉਸਦੇ ਭਰਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਸ਼ਰਨ ਦੇਣ ਵਾਲਾ ਗੁਰਮੀਤ, ਜਿਸ ਨੇ ਰਣਜੀਤ ਨੂੰ ਸ਼ਰਨ ਦਿੱਤੀ ਹੈ, ਉਸ ਦਾ ਨਾਮ ਗੁਰਮੀਤ ਹੈ, ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰ ਦੇ ਕੋਲੋਂ ਵੀ ਪੁੱਛਗਿੱਛ ਲਗਾਤਾਰ ਜਾਰੀ ਹੈ। ਦੱਸਦੀ ਕਿ ਅੰਮ੍ਰਿਤਸਰ ਦੀ ਪੁਲਿਸ ਅਤੇ NIA ਦੀ ਟੀਮ ਵੱਲੋਂ ਸਿਰਸਾ ਪੁਲਿਸ ਦੇ ਨਾਲ ਮਿਲ ਕੇ ਬੇਗੂ ਰੋਡ ਤੇ ਛਾਪੇਮਾਰੀ ਕੀਤੀ ਗਈ ਅਤੇ 532 ਕਿਲੋ ਹੈਰੋਇਨ ਤਸਕਰੀ ਦੇ ਮਾਮਲੇ ਦੇ ਵਿੱਚ ਮੋਸਟ ਵਾਂਟਡ ਤਸਕਰ ਰਣਜੀਤ ਸਿੰਘ ਉਰਫ ਚੀਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸਦੇ ਭਰਾ ਗਗਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਿਨਾਂ ਮੋਸਟ ਵਾਂਟਡ ਰਣਜੀਤ ਉਰਫ ਚੀਤਾ ਹਿਜਬੁਲ ਮੁਜਾਹਿਦੀਨ ਦੇ ਸੰਪਰਕ 'ਚ ਸੀ ਅਤੇ ਟੈਰਰ ਫੰਡਿੰਗ 'ਚ ਵੀ ਉਸਦਾ ਹੱਥ ਸੀ। ਇਹਨਾਂ ਤਸਕਰਾਂ ਨੂੰ ਸਿਰਸਾ 'ਚ ਸ਼ਰਨ ਦੇਣ ਵਾਲੇ ਗੁਰਮੀਤ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਪੰਜਾਬ ਦਾ ਮੋਸਟ ਵਾਂਟਡ ਤਸਕਰ ਰਣਜੀਤ ਸਿੰਘ ਪਿਛਲੇ 8 ਮਹੀਨਿਆਂ ਤੋਂ ਆਪਣੇ ਭਾਈ, ਪਿਤਾ ਅਤੇ ਪਰਿਵਾਰ ਸਮੇਤ ਸਿਰਸਾ 'ਚ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਅਤੇ ਉੱਥੇ ਹੀ ਲੁਕ ਛਿਪ ਕੇ ਰਹਿ ਰਿਹਾ ਸੀ। ਗੁਰਮੀਤ ਸਿੰਘ ਦੀ ID ਤੇ ਕਮਰਾ ਕਿਰਾਏ ਤੇ ਲਿੱਤਾ ਤੇ ਫਿਲਹਾਲ ਪੁਲਿਸ ਨੇ ਤਸਕਰ ਰਣਜੀਤ ਸਿੰਘ ਦੇ ਪਰਿਵਾਰ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅੰਮ੍ਰਿਤਸਰ ਪੁਲਿਸ ਨੇ 532 ਕਿਲੋਗ੍ਰਾਮ ਹੈਰੋਇਨ ਤਸਕਰੀ ਮਾਮਲੇ 'ਚ ਸ਼੍ਰੀਨਗਰ ਰੁਪਈਏ ਭੇਜਣ ਵਾਲੇ ਦੋ ਭਾਈਆਂ ਮਨਿੰਦਰ ਅਤੇ ਵਿਕਰਮ ਨੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਮਾਮਲੇ ਦੇ ਵਿੱਚ ਮੋਸਟ ਵਾਂਟਡ ਰਣਜੀਤ ਦਾ ਨਾਂ ਸਾਹਮਣੇ ਆਇਆ ਅਤੇ ਇਸੇ ਦੇ ਆਧਾਰ ਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ NIA ਦੀ ਟੀਮ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮੋਸਟ ਵਾਂਟਡ ਤਸਕਰ ਰਣਜੀਤ ਅਤੇ ਉਸਦੇ ਭਰਾ ਗਗਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਬਹੁਤ ਦੇਰ ਤੋਂ ਇਹ ਭਾਲ ਕੀਤੀ ਜਾ ਰਹੀ ਸੀ। ਸਭ ਤੋਂ ਵੱਡੀ ਖੇਪ ਜੂਨ 2019 ਦੇ ਅਟਾਰੀ ਦੇ ਵਿੱਚੋਂ ਇਹ ਮਿਲੀ ਸੀ। ਹਾਲ ਹੀ ਦੇ ਵਿੱਚ ਹਿਜ਼ਬੁਲ ਦੇ ਚੋਟੀ ਦੇ ਕਮਾਂਡਰ ਰਿਆਜ਼ ਨਾਇਕੂ ਨੂੰ, ਜੋ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਬੇਗਪੋਰਾ ਵਿੱਚ ਮਾਰਿਆ ਗਿਆ ਸੀ ਅਤੇ ਇਹ ਕੰਮ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਹੇਠ ਆਪਰੇਸ਼ਨ ਜੈਕਬੁੱਟ ਤਹਿਤ ਕੀਤਾ ਗਿਆ। ਪੁਲਵਾਮਾ, ਕੁਲਗਾਮ, ਅਨੰਤਨਾਗ ਅਤੇ ਸ਼ੋਪੀਆ ਵਰਗੇ ਜ਼ਿਲ੍ਹਿਆਂ 'ਚ ਅੱਤਵਾਦੀਆਂ ਦੀ ਦਹਿਸ਼ਤਗਰਦੀ ਵਧਣ ਤੋਂ ਬਾਅਦ ਡੋਵਾਲ ਨੇ ਇਸ ਆਪਰੇਸ਼ਨ ਦਾ ਨਾਮ ਜੈਕਬੁੱਟ ਰੱਖਿਆ ਸੀ। ਸੋ ਲਗਾਤਾਰ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ, ਅਪਡੇਟ ਦੇ ਰਹੇ ਹਾਂ ਅਤੇ ਇਸੇ ਤੇ ਆਪਣੇ ਪੱਤਰਕਾਰ ਜੋ ਅੰਮ੍ਰਿਤਸਰ ਤੋਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੱਸ ਦਈਏ ਕਿ ਰਣਜੀਤ ਰਾਣਾ ਤੇ ਉਸਦੇ ਭਰਾ ਗਗਨਦੀਪ ਭੋਲਾ ਨੂੰ ਸਿਰਸਾ ਦੇ ਬੇਗੂ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ 2019 ਜੂਨ ਦੇ ਵਿੱਚ ਜੋ ਅਟਾਰੀ ਬਾਘਾ ਬਾਰਡਰ ਰਾਹੀਂ 532 ਕਿਲੋ ਖੇਪ ਬਰਾਮਦ ਹੋਈ ਸੀ, ਚਿੱਟੇ ਦੀ ਵੱਡੀ ਖੇਪ ਬਰਾਮਦ ਹੋਈ ਸੀ, ਉਸ ਮਾਮਲੇ ਦੇ ਵਿੱਚ ਰਣਜੀਤ ਰਾਣਾ ਉਰਫ ਚੀਤਾ ਦੀ ਗ੍ਰਿਫਤਾਰੀ ਹੋਈ ਹੈ।
ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸੁਖਚੈਨ ਸਾਗਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਸੁਖਚੈਨ, ਅੰਮ੍ਰਿਤਸਰ ਪੁਲਿਸ ਵੀ ਸ਼ਾਮਲ ਹੈ ਇਸ ਆਪਰੇਸ਼ਨ ਦੇ ਵਿੱਚ, NIA ਵੀ ਸ਼ਾਮਲ ਹੈ ਤੇ ਸਿਰਸਾ ਪੁਲਿਸ ਵੀ ਸ਼ਾਮਲ ਹੈ। 532 ਕਿਲੋ ਹੈਰੋਇਨ ਜੋ ਬਰਾਮਦ ਹੋਈ ਸੀ ਅਟਾਰੀ ਦੇ ਵਿੱਚ, ਉਸੇ ਮਾਮਲੇ ਦੇ ਵਿੱਚ ਮੋਸਟ ਵਾਂਟਡ ਸੀ ਰਣਜੀਤ ਰਾਣਾ। ਕੀ ਜਾਣਕਾਰੀ ਹੋਰ ਮਿਲ ਰਹੀ ਹੈ? ਜੀ ਬਿਲਕੁਲ ਰਣਵੀਰ, ਤੁਹਾਨੂੰ ਦੱਸ ਦਈਏ ਕਿ ਅੱਜ ਜਿਸ ਤਰ੍ਹਾਂ ਸਵੇਰੇ ਜਾ ਕੇ ਇੱਥੇ ਅੰਮ੍ਰਿਤਸਰ ਪੁਲਿਸ ਜਦੋਂ ਪਹੁੰਚੀ ਸਨ, ਸਿਰਸਾ ਪੁਲਿਸ ਵੀ ਨਾਲ NIA ਦੀ ਜਿਹੜੀ ਟੀਮ ਪਹੁੰਚੀ ਸੀ ਤੇ ਉਹਦੇ ਸਿਰਸਾ ਦੇ ਵਿੱਚ ਜਦੋਂ ਗ੍ਰਿਫਤਾਰ ਕੀਤਾ ਗਿਆ ਰਣਜੀਤ ਸਿੰਘ ਰਾਣਾ ਨੂੰ, ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਵਿੱਚ ਜਿਹੜੇ ਵੱਡੇ ਖੁਲਾਸੇ ਨੇ, ਪੁਲਿਸ ਹਜੇ ਇਹ ਵੀ ਕਹਿ ਰਹੀ ਕਿ ਵੱਡੇ ਖੁਲਾਸੇ ਹੋਰ ਵੀ ਹੋ ਸਕਦੇ, ਕਿਉਂਕਿ 532 ਕਿਲੋ ਹੈਰੋਇਨ ਜਿਹੜੀ ਪਹਿਲਾਂ ਪਿਛਲੇ ਕਾਫੀ ਸਮੇਂ ਪਹਿਲਾਂ ਜੋ 532 ਕਿਲੋ ਹੈਰੋਇਨ ਅੰਮ੍ਰਿਤਸਰ ਦੇ ਬਾਰਡਰ ਤੇ ਲਾਗੇ ਉਹ ਫੜੀ ਗਈ ਸੀ, ਉਹਦੇ ਵਿੱਚ ਹੀ ਵੱਡੇ ਨਾਮ ਜਿਹੜੇ ਨੇ ਸਾਹਮਣੇ ਲਗਾਤਾਰ ਆ ਰਹੇ ਸੀ ਤੇ ਉਹਨਾਂ ਦੇ ਵਿੱਚ ਵੀ ਇਹ ਇਨਾਮ ਵੀ ਜਿਹੜਾ ਵਾ ਪੂਰਾ ਇਨਵੋਲਵ ਹੈਗਾ। ਤੇ ਜਿੱਦਾਂ ਕੱਲ ਕੋਰਟ ਦੇ ਵਿੱਚ 3 ਜਣੇ ਨੂੰ ਪੇਸ਼ ਕੀਤਾ ਗਿਆ ਸੀ, ਇੱਕ ਹਿਲਾਲ ਨੂੰ ਪੇਸ਼ ਕੀਤਾ ਗਿਆ ਸੀ, ਇੱਕ ਸਾਥੀ ਸੀ ਤੇ ਨਾਲ ਰਣਜੀਤ ਸਿੰਘ ਜਿਹੜਾ ਕਲਾਨੌਰ ਤੋਂ ਜਿਹੜਾ ਪੇਸ਼ ਕੀਤਾ ਗਿਆ ਸੀ ਤੇ ਉਹਦਾ ਰਿਮਾਂਡ ਜਿਹੜਾ 4 ਦਿਨਾਂ ਦਾ ਮਿਲਿਆ ਸੀ ਕੋਰਟ ਵੱਲੋਂ। 7 ਦਿਨ ਦੇ ਰਿਮਾਂਡ ਦੀ ਜਿਹੜੀ ਮੰਗ ਕੀਤੀ ਗਈ, 4 ਦਿਨ ਦਾ ਰਿਮਾਂਡ ਕੀਤਾ ਤੇ ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਹੀ ਇਹ ਜਿਹੜਾ ਸਿਰਸਾ ਦੇ ਵਿੱਚ ਇੱਕ ਅਪਰਾਧੀ ਜਿਹੜਾ ਹੋਰ ਫੜਿਆ ਗਿਆ ਵਾ ਤੇ ਗਾਂ ਵੀ ਜਿਹੜੇ ਨੇ ਵੱਡੇ ਖੁਲਾਸੇ ਜਿਹੜੇ ਨੇ ਹੋ ਸਕਦੇ ਨੇ, ਕਿਉਂਕਿ ਪੁਲਿਸ ਲਗਾਤਾਰ ਉਦੋਂ ਤੋਂ ਹੀ ਲੱਗੀ ਹੋਈ ਆ, ਨਾਲ ਦੇ ਨਾਲ ਹਰ ਟੀਮ ਜਿਹੜੀ ਆ ਲਗਾਤਾਰ ਲੱਗੀ ਹੋਈ ਹੈ ਤੇ ਜਿਹੜੀ ਆ ਸੈਂਟਰ ਵੱਲੋਂ ਜਿਹੜੀ ਜਾਂਚ ਦੇ ਜਿਹੜੇ ਹੁਕਮ ਦਿੱਤੇ ਕਿ ਪਤਾ ਲਗਾਇਆ ਜਾਵੇ ਕਿ ਕੌਣ ਕਾਣੇ ਦੇ ਪਿੱਛੇ ਵੱਡੇ ਮਗਰਮੱਛ ਨੇ, ਉਹਨਾਂ ਨੂੰ ਫੜ ਕੇ ਕਾਬੂ ਕੀਤਾ ਜਾਵੇ ਤੇ ਲਗਾਤਾਰ ਜਿਹੜੀ ਚੈਨ ਇਹਨੂੰ ਖਿੱਚਿਆ ਜਾਵੇ। ਜੀ ਸੁਖਚੈਨ, ਵੱਡੀ ਉਪਲਬਧੀ ਅੰਮ੍ਰਿਤਸਰ ਪੁਲਿਸ ਦੀ ਵੀ ਕੀ ਜਾ ਸਕਦੀ ਹੈ ਇਹ? ਜੀ ਬਿਲਕੁਲ, ਅੰਮ੍ਰਿਤਸਰ ਪੁਲਿਸ ਲਗਾਤਾਰ ਉਦੋਂ ਤੋਂ ਹੀ ਆਪਣੀ ਜਦੋਜਹਿਦ ਕਰ ਰਹੀ ਹੈ। ਜੇ ਅਸੀਂ STF ਦੀ ਗੱਲ ਕਰੀਏ, STF ਆਪਣੇ ਵੱਲੋਂ ਵੱਖਰਾ ਇੱਕ ਰੋਲ ਅਦਾ ਕਰ ਰਹੀ ਹੈ। STF ਵੱਲੋਂ ਵੀ ਵੱਖਰੇ ਚਿਹਰੇ ਜਿਹੜੇ ਸਾਹਮਣੇ ਲਿਆਂਦੇ ਜਾ ਰਹੇ ਤੇ ਦੂਜਾ ਜੇ ਆਪਣੀ ਅੰਮ੍ਰਿਤਸਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਵੱਖ ਤਰੀਕੇ ਨਾਲ ਇੱਕ ਕੰਮ ਕੀਤਾ ਜਾ ਰਿਹਾ ਕਿ ਜਲਦ ਤੋਂ ਜਲਦ ਇਸ ਜਿਹੜੇ ਨਸ਼ਾ ਵੇਚਣ ਵਾਲੇ ਜਿਹੜੀਆਂ ਵੱਡੀਆਂ ਖੇਪਾਂ ਜਿਹੜੀਆਂ ਲੈ ਕੇ ਆਉਂਦੇ ਉਹ ਕਿੱਥੋਂ ਲੈ ਕੇ ਆਉਂਦੇ ਤੇ ਕੌਣ ਨੇ, ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਰਿਹਾ। ਜੀ ਬਹੁਤ ਧੰਨਵਾਦ ਸੁਖਚੈਨ ਇਸ ਪੂਰੀ ਅਪਡੇਟ ਦੇ ਲਈ। ਸੋ ਅੰਮ੍ਰਿਤਸਰ ਦੇ ਵਿੱਚ ਅਟਾਰੀ ਬਾਰਡਰ ਤੇ 532 ਕਿਲੋ ਚਿੱਟਾ ਜੋ ਵੱਡੀ ਖੇਪ, ਸਭ ਤੋਂ ਵੱਡੀ ਖੇਪ ਇਸ ਨੂੰ ਮੰਨਿਆ ਜਾਂਦਾ ਹੈ ਕਿ 532 ਕਿਲੋ ਹੈਰੋਇਨ ਬਰਾਮਦ ਹੋਈ ਸੀ। ਨਮਕ ਦੇ ਰਾਹੀਂ, ਨਮਕ ਦੇ ਰੂਪ ਦੇ ਵਿੱਚ ਜਿਹੜਾ ਟਰੱਕ ਸੀਗਾ ਉਹਦੇ ਵਿੱਚ ਚਿੱਟਾ ਲਿਆਂਦਾ ਗਿਆ ਸੀਗਾ ਤੇ 532 ਕਿਲੋ ਮਾਮਲੇ ਦੇ ਵਿੱਚ ਹੀ ਰਣਜੀਤ ਰਾਣਾ ਉਰਫ ਚੀਤਾ ਇਹ ਗ੍ਰਿਫਤਾਰ ਕੀਤਾ ਗਿਆ। ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਸੁਮਿਤ ਜੋਸ਼ੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਸੁਮਿਤ, ਅਪਡੇਟ ਕੀ ਹੈਗਾ ਜਿਸ ਤਰੀਕੇ ਦੇ ਨਾਲ ਰਣਜੀਤ ਰਾਣਾ ਚੀਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਸਿਰਸਾ ਦੇ ਵਿੱਚ ਜਾ ਕੇ ਸਾਂਝੀ ਕਾਰਵਾਈ ਕੀਤੀ ਗਈ ਹੈ? ਦੇਖੋ, ਵੱਡੀ ਜਿਹੜੀ ਜੇ ਕਹੀਏ ਕਿ ਰਣਜੀਤ ਚੀਤਾ ਦੀ ਭਾਲ ਉਦੋਂ ਦੀ ਹੀ ਚੱਲ ਰਹੀ ਸੀ ਜਦੋਂ ਕਿ ਕਾਫੀ ਵੱਡਾ ਮਸਲਾ ਪੰਜਾਬ ਦੇ ਵਿੱਚ ਸਾਹਮਣੇ ਆਇਆ ਸੀ। 532 ਕਿਲੋ ਹੈਰੋਇਨ ਫੜੀ ਗਈ ਸੀ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਹੈਰੋਇਨ ਤਸਕਰੀ ਕੀਤੀ ਜਾ ਰਹੀ ਸੀ ਇਹ ਕਾਲੇ ਲੂਣ ਦੀ ਜਿਹੜੀ ਹੈ ਕਿ ਆੜ ਦੇ ਵਿੱਚ ਕੀਤੀ ਜਾ ਰਹੀ ਸੀ। ਤਾਂ ਉਸ ਤੋਂ ਬਾਅਦ ਇਹ ਮਾਮਲਾ ਜੇ ਕਹੀਏ ਕਿ ਲਗਾਤਾਰ ਪੁਲਿਸ ਹਾਲਾਂਕਿ ਇਸ ਪੂਰੇ ਮਾਮਲੇ ਦੇ ਪਿੱਛੇ ਲੱਗੀ ਹੋਈ ਸੀ, ਉਦੋਂ ਰਣਜੀਤ ਚੀਤੇ ਦਾ ਜਿਹੜਾ ਲਿੰਕ ਹੈ ਇਸ ਮਾਮਲੇ ਤੋਂ ਨਿਕਲ ਕੇ ਸਾਹਮਣੇ ਆਇਆ ਸੀ। ਦੇਸ਼ ਦਾ ਸਭ ਤੋਂ ਵੱਡਾ ਜੇ ਕਹੀਏ ਕਿ ਡਰਗ ਤਸਕਰ ਜਿਹੜੇ ਇਹਨੂੰ ਕਹਿ ਸਕਦੇ ਆ। ਤੇ ਹੁਣ ਜਿਵੇਂ ਕਹੀਏ ਕਿ DGP ਪੰਜਾਬ ਨੇ ਜਿਹੜੇ ਆਪਦੇ ਟਵਿੱਟਰ ਵਾਲ ਤੋਂ ਫੋਟੋਆਂ ਵੀ ਜਾਰੀ ਕੀਤੀਆਂ ਨੇ ਤੇ ਇਹ ਪੂਰੀ ਇਨਫੋਰਮੇਸ਼ਨ ਜਾਰੀ ਕੀਤੀ ਆ। ਤਾਂ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਦਾ ਚੀਤਾ ਜੂਨ 2019 ਚ ਅਟਾਰੀ ਤੋਂ ਮਿਲੀ 532 ਕਿਲੋ ਜਿਹੜੀ ਹੈਰੋਇਨ ਉਹਦੇ ਵਿੱਚ ਵਾਂਟਡ ਚੱਲ ਰਿਹਾ ਸੀਗਾ। ਤੇ ਹੁਣ ਇਹਨਾਂ ਦੋਵੇਂ ਭਰਾਵਾਂ ਨੂੰ ਯਾਨੀ ਕਿ ਰਣਜੀਤ ਰਾਣਾ ਅਤੇ ਉਸਦੇ ਭਰਾ ਗਗਨਦੀਪ ਭੋਲਾ ਨੂੰ ਹੈ ਜਿਹੜਾ ਹਰਿਆਣਾ ਦੇ ਸਰਸਾ ਖੇਤਰ ਦੇ ਪਿੰਡ ਬੇਗੂ ਚੋਂ ਗ੍ਰਿਫਤਾਰ ਕੀਤਾ ਗਿਆ। ਯਾਨੀ ਕਿ ਉੱਥੇ ਇਹ ਕਾਫੀ ਟਾਈਮ ਤੋਂ ਲੁਕੇ ਹੋ ਸਕਦੇ ਸੀ, ਪਰ ਜਿਵੇਂ ਕਿ ਹੁਣ ਇਨਪੁਟਸ ਮਿਲੇ ਪੁਲਿਸ ਨੂੰ ਤਾਂ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਹੈ ਇਹਨੂੰ ਗ੍ਰਿਫਤਾਰ ਕੀਤਾ ਗਿਆ। ਤੇ ਅੱਗੇ ਵੀ ਹੁਣ ਕਈ ਖੁਲਾਸੇ ਹੋ ਸਕਦੇ ਨੇ ਕਿਉਂਕਿ ਹੋਰ ਕੀ ਕੁਝ ਕੀਤਾ, ਕੁਝ ਹੋਰ ਖੇਪਾਂ ਵੀ ਆਈਆਂ ਹੋ ਸਕਦੀਆਂ ਨੇ, ਹੋਰ ਵੀ ਭੇਜੀਆਂ ਹੋ ਸਕਦੀਆਂ ਨੇ, ਤਸਕਰੀ ਵੱਡੀ ਵੀ ਹੋ ਸਕਦੀ ਹੈ ਕਿਉਂਕਿ ਇੱਕ ਖੇਪ ਹੀ ਪੁਲਿਸ ਦੇ ਜਾਂ ਆਪਾਂ ਕਹਿ ਲਈਏ ਕਿ ਜਿਹੜੀ 532 ਕਿਲੋ ਦੀ ਹੀ ਹੱਥ ਲੱਗੀ ਸੀਗੀ, ਜਿਸ ਤੋਂ ਬਾਅਦ NIA ਪੰਜਾਬ ਪੁਲਿਸ ਲਗਾਤਾਰ ਜਿਹੜੀ ਭਾਲ ਦੇ ਵਿੱਚ ਸੀਗੀ ਰਣਜੀਤ ਉਰਫ ਚੀਤਾ ਦੇ, ਤੇ ਉਹ ਨਾਮ ਬਦਲ ਕੇ ਜਾਂ ਆਪਣੇ ਗੁਰਮੀਤ ਸਿੰਘ ਦੀ ID ਤੇ ਸੁਣਿਆ ਕਿ ਰਹਿ ਰਿਹਾ ਸੀਗਾ ਸਿਰਸਾ ਦੇ ਬੇਗੂ ਪਿੰਡ ਦੇ ਵਿੱਚ ਅਤੇ ਆਪਣੇ ਪਰਿਵਾਰ ਸਮੇਤ ਇੱਥੇ ਕਾਫੀ ਸਮੇਂ ਤੋਂ ਰਹਿ ਰਿਹਾ ਸੀਗਾ। ਕਾਫੀ ਕੁਝ ਹੋਰ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ। ਬਿਲਕੁਲ ਰਣਬੀਰ, ਕਿਉਂਕਿ ਦੇਖੋ ਜਿਸ ਤਰ੍ਹਾਂ ਦੇ ਨਾਲ ਹਰਿਆਣੇ ਦੇ ਵਿੱਚ ਲੁੱਕ ਕੇ ਪੰਜਾਬ ਦੇ ਵਿੱਚ ਇਹ ਆਪਦੀਆਂ ਜ਼ਿਆਦਾ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਹਾਲਾਂਕਿ ਇਹਦੇ ਲਿੰਕਸ ਹੋ ਸਕਦਾ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਹੋਣ ਜਾਂ ਬਾਕੀ ਸਟੇਟਸ ਵੀ ਹੋਣ, ਕਿਉਂਕਿ ਜਦੋਂ ਖੇਪ ਦਾ ਕੋਈ ਵੀ ਡਰਗ ਤਸਕਰਾਂ ਦੀ ਜਦੋਂ ਤੱਕ ਆਪਾਂ ਹਿਸਟਰੀ ਦੇਖੀ ਆ ਉਹਦੇ ਵਿੱਚ ਹੁੰਦਾ ਇਹ ਕਿ ਉਹ ਇੱਕ ਏਰੀਆ ਪੁਆਇੰਟ ਆਊਟ ਕਰ ਲੈਂਦੇ ਨੇ, ਪਰ ਜਿਹੜੇ ਬਾਕੀ ਤਸਕਰ ਹੁੰਦੇ ਨੇ ਉਹ ਵੀ ਉਹਨਾਂ ਦੇ ਸੰਪਰਕ 'ਚ ਹੁੰਦੇ ਨੇ ਤੇ ਉਹ ਲਗਾਤਾਰ ਉਹਨਾਂ ਤੋਂ ਜ਼ਰੀਏ ਆਪਦੀ ਨਸ਼ੇ ਦੀ ਖੇਪ ਨੂੰ ਲਿਆਉਂਦੇ ਨੇ। ਫਿਰ ਉਹ ਜਿਸ ਜਗ੍ਹਾ ਤੇ ਉਹਨਾਂ ਨੂੰ ਏਰੀਆ ਇੱਕ ਤਰ੍ਹਾਂ ਦਾ ਆਪਸ 'ਚ ਵੰਡ ਰੱਖਿਆ ਹੁੰਦਾ ਤਾਂ ਉਹ ਉੱਥੇ ਸਪਲਾਈ ਕਰਦੇ ਨੇ। ਹੁਣ ਰਣਜੀਤ ਚੀਤਾ ਦੀ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ ਇਹ ਪੁਲਿਸ ਦੇ ਹੱਥ ਆਇਆ ਤਾਂ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੱਡਾ ਇੱਕ ਕਹਿ ਸਕਦੇ ਹਾਂ ਕਿ ਖੁਲਾਸੇ ਹੋਰ ਹੋ ਸਕਦੇ ਨੇ, ਕਿਉਂਕਿ ਰਣਜੀਤ ਚੀਤਾ ਤਾਂ ਇੱਕ ਮੇਨ ਸਪਲਾਇਰ ਕਹਿ ਸਕਦੇ ਹਾਂ। ਉਸ ਤੋਂ ਅੱਗੇ ਕੌਣ ਲੋਕ ਸੀਗੇ ਰਣਜੀਤ ਚੀਤੇ ਦੇ ਨਾਲ ਲੁਕੇ? ਇੱਕ ਤਾਂ ਉਹ ਲੋਕ ਜਿਹੜੇ ਰਣਜੀਤ ਚੀਤਾ ਦੇ ਥਰੂ ਨਸ਼ਾ ਭੇਜ ਰਹੇ ਸੀ, ਦੂਜੇ ਉਹ ਲੋਕ ਜਿਨ੍ਹਾਂ ਨੂੰ ਰਣਜੀਤ ਚੀਤਾ ਸਪਲਾਈ ਕਰ ਰਿਹਾ ਸੀਗਾ। ਇਹ ਹੁਣ ਕਹਿ ਸਕਦੇ ਹਾਂ ਕਿ ਵੱਡੀ ਇਨਵੈਸਟੀਗੇਸ਼ਨ ਦਾ ਮਸਲਾ ਬਣ ਚੁੱਕਿਆ ਹੈਗਾ ਤੇ
ਹੋ ਸਕਦਾ ਸਾਡੀ ਜਿਵੇਂ ਪੰਜਾਬ ਪੁਲਿਸ ਨੇ ਪਹਿਲਾਂ ਬਹਾਦਰੀ ਦਿਖਾਉਂਦੇ ਹੋਏ ਜੇ ਕਹੀਏ ਕਿ ਇਹ ਇੱਕ ਵੱਡੀ ਕਾਮਯਾਬੀ ਲਈ ਆ ਬਿਲਕੁਲ। ਤਾਂ ਅੱਗੇ ਲਿੰਕਸ ਵੀ ਤੋੜ ਸਕਣਗੇ ਉਹ। ਜੀ ਜੀ ਜੀ, ਬਹੁਤ ਧੰਨਵਾਦ ਸੁਮਿਤ ਇਸ ਪੂਰੀ ਅਪਡੇਟ ਦੇ ਲਈ। ਸੋ ਰਣਜੀਤ ਰਾਣਾ ਉਰਫ ਚੀਤਾ ਨੂੰ ਪੁਲਿਸ ਨੇ ਕਾਬੂ ਕਰ ਲਿਆ। ਸਿਰਸਾ ਤੋਂ ਇਸ ਨੂੰ ਪੁਲਿਸ ਨੇ ਕਾਬੂ ਕੀਤਾ। ਇਹ ਸਾਂਝੀ ਕਾਰਵਾਈ NIA ਦੀ ਅਤੇ ਅੰਮ੍ਰਿਤਸਰ ਪੁਲਿਸ ਅਤੇ ਸਿਰਸਾ ਪੁਲਿਸ ਦੀ ਕੀਤੀ ਗਈ ਹੈ। ਸੋ ਅਰੁਣ ਨਹਿਰਾ ਜਿਹੜੇ ਸਿਰਸਾ ਦੇ ਉੱਚ ਅਧਿਕਾਰੀ ਨੇ ਪੁਲਿਸ ਦੇ, ਉਹਨਾਂ ਨੇ ਕੀ ਕੁਝ ਕਿਹਾ ਇਸ ਮਾਮਲੇ ਦੇ ਬਾਰੇ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। काफ़ी बड़ी सक्सेस मिली है टोटल पुलिस को, जिसमें NIA और पंजाब पुलिस और हमारा भी सहयोग था। इसमें काफ़ी बड़ा एक स्मगलर है जिसका नाम चीता इलियस रणजीत नाम है, एक उसका भाई गगन। ये चीता काफ़ी दिन से वांटेड था। NIA का 18 नंबर FIR है, उसमें वांटेड था, जिसमें हाईएस्ट रिकवरी रही है 532 kg हीरोइन। ये इंडिया की आई थिंक हाईएस्ट रिकवरी रही है। इसमें मोस्ट वांटेड था। और अमृतसर में 135 नंबर FIR है, उसमें भी वांटेड था। और उसके ऊपर कम से कम 10 केस और हैं, जिसमें किसी में बेल आउट है, किसी में वांटेड है, कोई अंडर ट्रायल है। बाकी इसकी इंक्वायरी इन्वेस्टिगेशन के बाद और इसका खुलासा होगा। तो ये बहुत बड़ी कैच रही है। कंबाइंड एफर्ट्स रहे, NIA की इनपुट और पंजाब पुलिस ने सहयोग किया। हमारी पुलिस ने जाके इन दोनों भाइयों को नैप करवाया है, अरेस्ट किया है। और अब उनको जो है इंक्वायरी इन्वेस्टिगेशन के दौरान और जो खुलासे होंगे तो काफ़ी सेंसेशनल होंगे। इसका जो बैकग्राउंड है वो टेररिस्टों से भी, हिजबुल से भी इसका रिलेशन है। हाँ, रंजीत का मुजाहिदीन से भी इसका वो है रिलेशन रहा है। और जो टेरर फंडिंग का जो तुम सुनते हो तो उसमें भी इसकी इन्वॉल्वमेंट है। तो और इसको रिमांड के बाद और इन्वेस्टिगेशन के बाद और भी काफ़ी संगीन इसके सामने आएंगे चीज़ें। जो ये बेगू गांव है, बेगू गांव में इसने पिछले 7-8 महीने से कमरा किराए पे ले रखा था। और इसका एक साडू है गुरमीत वेदवाड़ा में, उसकी आईडी से इसने एक मकान किराए पे लिया था। और अपनी फैमिली के साथ, अपने फादर के साथ ये 7-8 महीने से रह रहा था। और जब आज इनपुट मिली NIA पंजाब पुलिस और हमें, तो कंबाइंड रेड करके हमने इनको अरेस्ट किया। इसमें जो इसका रिलेटिव है गुरमीत, जिसकी आईडी पे इसने मकान लिया था, उस पर अभी तो फ़िलहाल 1 kg वो NDPS का आर्टिकल चूरा पोस्ट मिला है। बाकी फर्दर इंक्वायरी इन्वेस्टिगेशन के बाद बता सकते हैं क्या इसमें। NIA पंजाब पुलिस, हरियाणा पुलिस तीनों की कंबाइंड रेड थी, कंबाइंड एफर्ट्स थे और सक्सेस सभी की सक्सेस है। बाकी वांटेड NIA का जो केस था 18 नंबर, इसमें वांटेड था। और पंजाब का 135 नंबर वांटेड था। हमारे वांटेड नहीं था, बट इसने यहाँ हाइड आउट रखा है, कमरा किराए पे ले रखा था। काफ़ी पुलिस की, टोटल पुलिस की बहुत बड़ी सक्सेस है। उसको लेके जाएंगे वहाँ, इसके जो है रिमांड इसको कोर्ट से लेंगे। उसके बाद इसकी इन्वेस्टिगेशन NIA भी, उसके केस पेंडिंग है वो भी रखेंगे और पंजाब पुलिस भी रखेगी। उसमें क्या खुलासा होता है तो फिर इन्वेस्टिगेशन के बाद आपको पता लगेगा। गगनदीप भी जो है, गगनदीप भी इसका भाई है, वो भी वांटेड था। पूरी फैमिली, ये 6 भाई हैं,
3 भाई ऑलरेडी पहले जेल में हैं और ये दोनों आज अरेस्ट। चलो जी,